Anji, hello students. Bete, in this lecture, I am going to discuss about the banking of roads. Bete, this article is also very important. So, firstly, bete, I will explain what do you mean by banking of road. ਤਾਂ ਬੇਟਾ ਬੈਂਕਿੰਗ ਆਫ ਰੋਡ ਕੀ ਚੀਜ਼ ਹੈ। ਜਦੋਂ ਬੇਟੇ ਕੋਈ ਵੀ ਕਰਵ ਆ ਜਾਂਦਾ ਕਿਸੇ ਰੋਡ ਦੇ ਉੱਤੇ ਕਿਸੇ ਸਟਰੀਟ ਦੇ ਵਿੱਚ ਤਾਂ ਤੁਸੀਂ ਕੀ ਹੈ ਥੋੜ੍ਹਾ ਜਿਹਾ ਬੈਂਟ ਹੋ ਜਾਂਦੇ ਹੋ। ਤੁਹਾਡਾ ਇੱਕ ਐਜ ਕਿਹੜਾ ਬੇਟੇ ਉੱਪਰ ਨੂੰ ਰੇਜ਼ ਕਰ ਜਾਂਦਾ ਔਰ ਇਨਰ ਐਜ ਕੀ ਹੁੰਦਾ ਬੇਟੇ ਨੀਚੇ ਵੱਲ ਨੂੰ ਰੇਜ਼ ਕਰ ਜਾਂਦਾ, ਨੀਚੇ ਨੂੰ ਚਲਾ ਜਾਂਦਾ। ਤਾਂ ਇਸ ਫਿਨੋਮੀਨਾ ਨੂੰ ਬੇਟਾ ਬੋਲਦੇ ਨੇ ਬੈਂਕਿੰਗ ਆਫ ਰੋਡ। ਦਾ ਫਿਨੋਮੀਨਾ of raising the outer edge of the circular road above the inner edge is called banking of road। ਤਾਂ ਬੇਟੇ ਉਹੀ ਚੀਜ਼ ਹੈ ਕਿ ਜਦੋਂ ਤੁਸੀਂ ਕੀ ਕਰਦੇ ਹੋ ਟਰਨ ਲੈਂਦੇ ਹੋ ਤਾਂ ਤੁਸੀਂ ਸਲਾਈਟਲੀ ਜੀ ਝੁਕ ਜਾਂਦੇ ਹੋ। ਇੱਕ ਜਿਹੜਾ ਨੀਚੇ ਵਾਲਾ ਪਾਸਾ ਉਹ ਨੀਚੇ ਨੂੰ ਹੋ ਜਾਂਦਾ ਔਰ ਆਊਟਰ ਐਜ ਉੱਪਰ ਨੂੰ ਰੇਜ਼ ਕਰ ਜਾਂਦਾ, ਤਾਂ ਬੇਟੇ ਉਸ ਨੂੰ ਬੈਂਕਿੰਗ ਆਫ ਰੋਡਸ ਕਹਿੰਦੇ ਨੇ। ਔਰ ਕਿੰਨੇ ਐਂਗਲ ਦੇ ਨਾਲ ਬੇਟਾ ਜਿਹੜਾ ਸਾਡਾ ਆਊਟਰ ਐਜ ਹੈ ਉਹ ਰੇਜ਼ ਹੋਇਆ ਉਸ ਨੂੰ ਆਪਾਂ ਕੀ ਬੋਲਦੇ ਹਾਂ ਬੇਟੇ ਐਂਗਲ ਆਫ ਬੈਂਕਿੰਗ। ਤਾਂ ਬੇਟੇ ਇਸ ਆਰਟੀਕਲ ਦੇ ਵਿੱਚ ਆਪਾਂ ਐਂਗਲ ਆਫ ਬੈਂਕਿੰਗ ਦੀ ਵੈਲਿਊ ਨੂੰ ਫਾਈਂਡ ਆਊਟ ਕਰਾਂਗੇ। ਤਾਂ ਬੇਟੇ ਆਪਾਂ ਸਪੋਜ਼ ਕੀ ਕੀਤਾ ਕਿ ਸਾਡੇ ਕੋਲ ਕੀ ਹੈ ਰਾਜੇ ਰੋਡ ਹੈ। ਆ ਜਿਹੜਾ ਚੀਜ਼ ਹੈ ਬੇਟੇ ਉਹ ਕੀ ਸ਼ੋ ਕਰ ਰਿਹਾ ਰੋਡ ਨੂੰ ਸ਼ੋ ਕਰ ਰਹੀ ਹੈ। ਤਾਂ ਰੋਡ ਕੀ ਹੈ ਬੇਟੇ ਥੋੜ੍ਹੀ ਕਰਵ ਹੈ, ਠੀਕ ਹੈ। ਤਾਂ ਨੰਬਰ ਆਫ ਫੋਰਸਿਸ ਬੇਟਾ ਇਸ ਦੇ ਉੱਤੇ ਐਕਟ ਕਰਨਗੀਆਂ। ਇੱਕ ਤਾਂ ਬਾਡੀ ਹੈ ਬੇਟਾ, ਬਾਡੀ ਦਾ ਵਰਟੀਕਲੀ ਡਾਊਨਵਰਡ ਕੀ ਹੋ ਗਿਆ ਬੇਟਾ ਵੇਟ ਐਕਟ ਕੀਤਾ ਔਰ ਆਰ ਕੀ ਹੋ ਗਿਆ ਬੇਟੇ ਇਜ਼ ਅ ਨੋਰਮਲ ਰਿਐਕਸ਼ਨ ਹੋ ਗਿਆ, ਠੀਕ ਹੈ ਜੀ। ਤਾਂ ਨੋਰਮਲ ਰਿਐਕਸ਼ਨ ਨੂੰ ਬੇਟੇ ਰਿਜ਼ੋਲਵ ਕਰਤਾ ਕੰਪੋਨੈਂਟਸ ਦੇ ਵਿੱਚ ਆਰ ਸਾਈਨ ਥੀਟਾ ਹੋ ਗਿਆ, ਇੱਧਰ ਕੀ ਹੋ ਗਿਆ ਬੇਟੇ ਆਰ ਕੋਸ ਥੀਟਾ ਹੋ ਗਿਆ। ਤਾਂ ਆਪਾਂ ਸਪੋਜ਼ ਕੀਤਾ ਬੇਟਾ ਕੋਈ ਬਾਡੀ ਹੈ ਜਿਸ ਦਾ ਮਾਸ ਕੀ ਹੈ ਬੇਟੇ ਐਮ ਹੈ, ਮੂਵ ਕਰ ਰਿਹਾ ਵਿਦ ਵੈਲੋਸਿਟੀ v ਦੇ ਨਾਲ ਸਰਕੂਲਰ ਪਾਥ ਔਰ ਉਸ ਸਰਕੂਲਰ ਪਾਥ ਦਾ ਰੇਡੀਅਸ ਕਿੰਨਾ ਬੇਟੇ r ਹੈ ਔਰ ਬੈਂਕਡ ਥਰੂ ਐਨ ਐਂਗਲ ਥੀਟਾ। ਤਾਂ ਬੇਟੇ ਉਹ ਕਿੰਨੇ ਐਂਗਲ ਦੇ ਨਾਲ ਉਸ ਦਾ ਆਊਟਰ ਐਜ ਰੇਜ਼ ਕਰ ਰਿਹਾ ਦੈਟ ਇਜ਼ ਅ ਥੀਟਾ। ਨਾਓ ਆਫਟਰ ਦੈਟ ਬੇਟੇ ਨੰਬਰ ਆਫ ਫੋਰਸਿਸ ਆਰ ਐਕਟਿੰਗ ਹੇਅਰ। ਤਾਂ ਆਪਾਂ ਉਹਨਾਂ ਸਾਰੀਆਂ ਫੋਰਸਿਸ ਨੂੰ ਬੇਟੇ ਦੱਸਾਂਗੇ ਕਿ ਕਿਹੜੀ ਕਿਹੜੀ ਫੋਰਸ ਹੈ ਬੇਟੇ ਐਕਟ ਕਰ ਰਹੀ ਹੈ। 1 ਤੋਂ ਬੇਟਾ mg ਇਜ਼ ਦਾ ਵੇਟ ਵਿਚ ਇਜ਼ ਐਕਟਿੰਗ ਵਰਟੀਕਲੀ ਡਾਊਨਵਰਡਸ। ਨੋਰਮਲ ਰਿਐਕਸ਼ਨ ਬੇਟੇ ਡਿਊ ਟੂ ਦ ਰੋਡ ਐਕਟਿੰਗ ਨੋਰਮਲ ਟੂ ਦ ਬੈਂਕਡ ਰੋਡ। ਤਾਂ ਆਰ ਕੀ ਸੀ ਬੇਟੇ ਨੋਰਮਲ ਰਿਐਕਸ਼ਨ ਹੈ। ਬਹੁਤ ਵਾਰ ਬੇਟੇ ਆਪਾਂ ਨੋਰਮਲ ਰਿਐਕਸ਼ਨ ਬਾਰੇ ਡਿਸਕਸ ਕਰ ਲਿਆ। ਤਾਂ ਆਰ ਨੂੰ ਬੇਟੇ ਰਿਜ਼ੋਲਵ ਕੀਤਾ ਟੂ ਕੰਪੋਨੈਂਟਸ ਦੇ ਵਿੱਚ ਆਰ ਕੋਸ ਥੀਟਾ that is vertically upward ਹੋਗਾ ਬੇਟੇ which is balanced by the weight। ਹੁਣ ਫਿਗਰ ਦੇਖੋ ਬੇਟੇ r cos ਥੀਟਾ ਹੈ ਔਰ ਨੀਚੇ ਕੀ ਹੈ ਬੇਟੇ mg ਹੈ। ਤਾਂ ਦੋਨੇ ਕੀ ਨੇ ਬੇਟੇ ਇਕੁਅਲ ਐਂਡ ਅਪੋਜ਼ਿਟ ਨੇ। ਤਾਂ ਇਟ ਮੀਨਸ r cos ਥੀਟਾ ਕਿਸ ਦੇ ਇਕੁਅਲ ਹੋਗਾ ਬੇਟੇ mg। ਤਾਂ ਆਪਾਂ ਲਿਖਿਆ r cos ਥੀਟਾ ਇਕੁਅਲਸ ਟੂ mg। now next is ਬੇਟੇ r sin ਥੀਟਾ which is along horizontal ਹੈ। so that ਬੇਟਾ horizontal ਦਾ ਮਤਲਬ ਕੀ ਹੋਇਆ radius ਹੋਇਆ ਔਰ toward the center of path ਹੈ। it means ਬੇਟੇ r sin ਥੀਟਾ equals to ਬੇਟਾ radius ਸੀਗਾ। it means along the towards the center of path ਸੀ ਬੇਟੇ। ਸੈਂਟਰ ਜਿਹੜੀ ਫੋਰਸ ਬੇਟਾ towards the center ਹੋਵੇ that is a centripetal force ਹੁੰਦੀ ਹੈ ਬੇਟਾ। centripetal force ਦਾ ਫਾਰਮੂਲਾ ਕੀ ਸੀ mv square by r। this is our equation number 2। ਬੇਟੇ ਦੋਨਾਂ ਨੂੰ ਆਪਾਂ ਕੀ ਕੀਤਾ ਡਿਵਾਈਡ ਕਰਤਾ ਇਕੁਏਸ਼ਨ 2 ਨੂੰ ਬਾਈ 1। ਤਾਂ r sin ਥੀਟਾ ਬੇਟੇ ਬਾਈ r cos ਥੀਟਾ ਇਕੁਅਲਸ ਟੂ ਕੀ ਆ ਗਿਆ ਬੇਟੇ mv ਸਕੁਅਰ r ਸੀ ਬੇਟੇ। r cos ਥੀਟਾ ਇਕੁਅਲਸ ਸੀਗਾ mg ਦੇ। m ਨਾਲ m ਕੈਂਸਲ ਆਊਟ ਹੋ ਗਿਆ ਬੇਟਾ। sin ਬਾਈ cos ਕਿਸ ਦੇ ਇਕੁਅਲ ਹੁੰਦਾ tan ਥੀਟਾ ਦੇ। ਤਾਂ ਇਹ ਆ ਗਿਆ ਬੇਟਾ v ਸਕੁਅਰ ਬਾਈ rg ਔਰ ਥੀਟਾ ਇਕੁਅਲਸ ਟੂ tan ਇਨਵਰਸ v ਸਕੁਅਰ ਬਾਈ rg। ਤਾਂ ਬੇਟੇ ਇਹ ਉਸ ਐਂਗਲ ਦੀ ਵੈਲਿਊ ਹੈ। ਕਿਹੜਾ ਐਂਗਲ ਬੇਟਾ ਜਿਸ ਐਂਗਲ ਦੇ ਨਾਲ ਆਪਣਾ ਆਊਟਰ ਐਜ ਬੇਟੇ ਕਿਸੇ ਵੀ ਸਰਕੂਲਰ ਰੋਡ ਦੇ ਉੱਤੇ ਰੇਜ਼ ਕਰੂਗਾ। ਤਾਂ ਇਹ ਕੀ ਸੀ ਬੇਟੇ ਐਂਗਲ ਆਫ ਬੈਂਕਿੰਗ।